ਕੀਦਾ ਇਤਬਾਰ। ਲੇਖਕ ਮਨੋਹਰ ਸ਼ੁਕਲਾ। ਹਸਪਤਾਲ ਪਹੁੰਚਦਿਆਂ ਹੀ ਰਾਗਨੀ ਦੀ ਪ੍ਰਸਵ ਪੀੜਾ ਬੰਦ ਹੋ ਗਈ। ਉਸ ਨੂੰ ਹਸਪਤਾਲ ਦਾਖਲ ਤਾਂ ਕਰ ਲਿਆ ਗਿਆ ਸੀ, ਪਰ ਫਿਲਹਾਲ ਇਹ ਦੱਸਣਾ ਮੁਸ਼ਕਿਲ ਸੀ ਕਿ ਉਹਨੂੰ ਪ੍ਰਸਵ ਪੀੜਾ ਫਿਰ ਕਦੋਂ ਹੋਏਗੀ। ਕੁਝ ਦੇਰ ਬਾਅਦ ਮਾਂ ਨੇ ਸਰਲਾ ਨੂੰ ਆਖਿਆ, ਹੁਣ ਤਾਂ ਬੇਸ਼ੱਕ ਤੂੰ ਘਰ ਚਲੀ ਜਾ, ਅਤੇ ਹਾਂ, ਰਾਗਨੀ ਦੇ ਪਿਤਾ ਜੀ ਜੇਕਰ ਘਰ ਆ ਜਾਣ ਤਾਂ ਉਹਨਾਂ ਨੂੰ ਦੱਸ ਦੇਂ। ਠੀਕ ਹੈ, ਕਹਿੰਦੀ ਹੋਈ ਸਰਲਾ ਉੱਥੋਂ ਚਲੀ ਗਈ। ਹਸਪਤਾਲ ਦੇ ਬੈੱਡ ਤੇ ਹੁਣ ਮਾਂ ਧੀਆਂ ਇਕੱਲੀਆਂ ਰਹਿ ਗਈਆਂ ਸਨ। ਦੋਵਾਂ ਦੇ ਚਿਹਰਿਆਂ ਤੇ ਜਿਵੇਂ ਤਣਾਅ ਦੇ ਚਿੰਨ੍ਹ ਉੱਭਰ ਰਹੇ ਸਨ। ਅਚਾਨਕ ਰਾਗਨੀ ਦੇ ਮੂੰਹ ਤੋਂ ਨਿਕਲਿਆ, ਮਾਂ, ਕੀ ਉਹਨਾਂ ਨੂੰ ਚਿੱਠੀ ਦੇ ਕੇ ਇੱਥੇ ਸੱਦ ਲਈਏ? ਪਰ ਇਸ ਤੋਂ ਪਹਿਲਾਂ ਕਿ ਮਾਂ ਉਸਦੀ ਗੱਲ ਦਾ ਜਵਾਬ ਦਿੰਦੀ, ਉਹ ਖੁਦ ਹੀ ਕਹਿ ਪਈ, ਨਹੀਂ, ਉਹਨਾਂ ਨੂੰ ਨਾ ਸੱਦਣਾ। ਹਜੇ ਉਹਨਾਂ ਦੇ ਇਮਤਿਹਾਨ ਸਿਰ ਤੇ ਹਨ। ਇੱਥੇ ਪਹੁੰਚਣ ਨਾਲ ਉਹਨਾਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੋ ਜਾਏਗਾ। ਇਹ ਤਾਂ ਮੈਂ ਆਪਣੇ ਹੀ ਪੈਰਾਂ ਤੇ ਕੁਹਾੜੀ ਮਾਰਨ ਦੀ ਗੱਲ ਕਰਨ ਚੱਲੀ ਸਾਂ। ਇਸ ਸਮੇਂ ਤਾਂ ਉਹਨਾਂ ਨੂੰ ਸੱਦਣ ਦੀ ਬਾਬਤ ਸੋਚਿਆ ਵੀ ਨਹੀਂ ਸੀ ਜਾ ਸਕਦਾ। ਤਾਂ ਕੋਮਲ ਨੂੰ ਸੱਦ ਲੈਂਦੇ ਹਾਂ। ਮੇਰੀ ਇਕੱਲੀ ਤੋਂ ਸਾਰਾ ਕੰਮ ਸੰਭਾਲ ਸਕਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਮਾਂ ਨੇ ਆਪਣੀ ਰਾਏ ਦਿੱਤੀ। ਨਹੀਂ, ਕੋਮਲ ਇੱਥੇ ਆ ਜਾਵੇਗੀ ਤਾਂ ਉਹਨਾਂ ਨੂੰ ਖਾਣ ਵਗੈਰਾ ਦੀ ਤੰਗੀ ਰਹੇਗੀ। ਘਰ ਦਾ ਕੰਮ ਖੁਦ ਕਰਨ ਵਿੱਚ ਉਹਨਾਂ ਦਾ ਬਹੁਤ ਸਮਾਂ ਬਰਬਾਦ ਹੋ ਜਾਇਆ ਕਰੇਗਾ। ਤਾਂ ਫਿਰ ਮਾਂ ਨੇ ਕੁਝ ਕਹਿਣਾ ਚਾਹਿਆ। ਰਾਗਨੀ ਨੇ ਮਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਕਹਿਣਾ ਜਾਰੀ ਰੱਖਿਆ, ਹੋਟਲ ਦਾ ਖਾਣਾ ਤਾਂ ਉਹਨਾਂ ਨੂੰ ਜ਼ਰਾ ਵੀ ਮਾਫਕ ਨਹੀਂ ਬੈਠਦਾ। ਬਿਮਾਰ ਪੈ ਗਏ ਤਾਂ ਪੜ੍ਹਾਈ ਦਾ ਨੁਕਸਾਨ ਹੋਏਗਾ। ਤੁਸੀਂ ਤਾਂ ਜਾਣਦੇ ਹੋ ਮਾਂ ਕਿ ਮੇਰੇ ਕਹਿਣ ਤੇ ਹੀ ਇਹਨਾਂ ਉੱਪਰ ਪੜ੍ਹਾਈ ਜਾਰੀ ਰੱਖਣ ਦੀ ਖਪਤ ਪੈਦਾ ਹੋਈ ਸੀ। ਫਿਰ ਉਹ ਕੁਝ ਪਲਾਂ ਨੂੰ ਚੁੱਪ ਹੋ ਕੇ ਭਾਵੁਕਤਾ 'ਚ ਵਹਿੰਦੀ ਹੋਈ ਆਖਣ ਲੱਗੀ, ਦੇਖਣਾ ਮਾਂ, ਉਹ ਦਿਨ ਦੂਰ ਨਹੀਂ ਜਦੋਂ ਮੈਂ ਇੱਕ ਕਲਰਕ ਦੀ ਬੀਵੀ ਨਾ ਅਖਵਾ ਕੇ ਇੱਕ ਪ੍ਰੋਫੈਸਰ ਦੀ ਵਾਈਫ ਅਖਵਾਵਾਂਗੀ। ਇਸ ਲਈ ਕੋਮਲ ਨੂੰ ਹਜੇ ਉੱਥੇ ਹੀ ਰਹਿਣ ਦਿੰਦੇ ਹਾਂ। ਇੰਨਾ ਆਖਦੇ ਹੋਇਆਂ ਜਿਵੇਂ ਅਣਜਾਣ ਖੁਸ਼ੀ ਨਾਲ ਉਸਦੀਆਂ ਅੱਖਾਂ ਭਰ ਆਈਆਂ ਸਨ। ਮਾਂ ਧੀਆਂ ਇਸ ਤਰ੍ਹਾਂ ਗੱਲਾਂ 'ਚ ਮਸ਼ਗੂਲ ਸਨ ਕਿ ਪਿਤਾ ਜੀ ਆ ਗਏ। ਉਹਨਾਂ ਦੇ ਚਿਹਰੇ ਤੇ ਘਬਰਾਹਟ ਦੇ ਚਿੰਨ੍ਹ ਸਾਫ਼ ਦਿਖਾਈ ਦੇ ਰਹੇ ਸਨ। ਕੀ ਹੋਇਆ ਰਾਗਨੀ ਨੂੰ? ਸਭ ਠੀਕ ਤਾਂ ਹੈ ਨਾ? ਆਉਂਦਿਆਂ ਹੀ ਉਹਨਾਂ ਨੇ ਚਿੰਤਾ ਵਾਲੇ ਲਹਿਜ਼ੇ ਨਾਲ ਪੁੱਛਿਆ। ਮਾਂ ਨੇ ਘੁੰਮਦਿਆਂ ਸ਼ਬਦਾਂ ਨਾਲ ਉਹਨਾਂ ਨੂੰ ਦੱਸਿਆ ਕਿ ਘਰ ਤੇ ਰਾਗਨੀ ਨੂੰ ਦਰਦ ਹੋਇਆ ਸੀ, ਜਿਸ ਨੂੰ ਪ੍ਰਸਵ ਵੇਦਨਾ ਸਮਝ ਕੇ ਉਹ ਤੇ ਸਰਲਾ ਇਸ ਨੂੰ ਹਸਪਤਾਲ ਲੈ ਆਈਆਂ ਸਨ। ਇੱਥੇ ਆ ਕੇ ਮਾਲੂਮ ਹੋਇਆ ਕਿ ਇਸ ਨੂੰ ਹਜੇ ਪ੍ਰਸਵ ਵੇਦਨਾ ਸ਼ੁਰੂ ਨਹੀਂ ਹੋਈ ਸੀ, ਪਰ ਸਮਾਂ ਪੂਰਾ ਹੋ ਜਾਣ ਕਾਰਨ ਇੱਕ ਅੱਧ ਦਿਨ ਵਿੱਚ ਇਸ ਗੱਲ ਦੀ ਉਮੀਦ ਹੈ। ਹੁਣ ਦੇਖੋ ਰੱਬ ਕੀ ਦਿੰਦਾ ਹੈ ਇਸ ਨੂੰ। ਮੈਂ ਤਾਂ ਕਹਿੰਦੀ ਹਾਂ ਕਿ ਪ੍ਰਭੂ ਕਿਰਪਾ ਨਾਲ ਮੁੰਡਾ ਹੋ ਜਾਏ। ਮਾਂ ਨੇ ਹੱਥ ਉੱਪਰ ਚੁੱਕਦਿਆਂ ਕਿਹਾ। ਅਗਲਾ ਅੰਕ। ਕੋਮਲ, ਚੱਲ ਅੱਜ ਕਿਤੇ ਘੁੰਮਣ ਚੱਲਦੇ ਹਾਂ, ਪਰਮਜੀਤ ਨੇ ਕੋਮਲ ਨੂੰ ਆਪਣੀਆਂ ਬਾਜ਼ੂਆਂ 'ਚ ਲੈਂਦਿਆਂ ਆਖਿਆ। ਕਿੱਥੇ? ਪੁੱਛਣ ਦੇ ਨਾਲ ਹੀ ਪਰਮਜੀਤ ਦੇ ਗਲ ਵਿੱਚ ਕੋਮਲ ਨੇ ਆਪਣੀਆਂ ਬਾਹਾਂ ਦਾ ਹਾਰ ਪਾ ਦਿੱਤਾ। ਜਿੱਥੇ ਤੂੰ ਆਖੇ, ਪਰਮਜੀਤ ਨੇ ਕੋਮਲ ਦੇ ਚਿਹਰੇ ਤੇ ਨਜ਼ਰ ਜਮਾਉਂਦਿਆਂ ਆਖਿਆ ਤੇ ਆਪਣੀਆਂ ਤਾਕਤਵਰ ਬਾਜ਼ੂਆਂ ਦਾ ਘੇਰਾ ਤੰਗ ਕਰ ਦਿੱਤਾ। ਪ੍ਰੈਜ਼ੀਡੈਂਟ ਗਾਰਡਨ ਚੱਲਦੇ ਹਾਂ, ਉੱਥੇ ਕਾਫੀ ਸੁੰਨਸਾਨ ਹੁੰਦਾ ਹੈ, ਕੋਮਲ ਨੇ ਕਿਹਾ ਅਤੇ ਖੁਦ ਵੀ ਪਰਮਜੀਤ ਦੇ ਕਾਫੀ ਕਰੀਬ ਹੋ ਗਈ। ਅਰੇ, ਪ੍ਰੈਜ਼ੀਡੈਂਟ ਗਾਰਡਨ ਵਿੱਚ ਕੀ ਰੱਖਿਆ ਹੈ? ਕਿਉਂ ਨਾ ਅਸੀਂ ਕੁਝ ਦਿਨਾਂ ਲਈ ਪਹਾੜਾਂ ਦੀ ਰਾਣੀ ਸ਼ਿਮਲਾ ਚੱਲੀਏ? ਪੁੱਛਣ ਦੇ ਨਾਲ ਹੀ ਪਰਮਜੀਤ ਦੀਆਂ ਬਾਜ਼ੂਆਂ ਦਾ ਘੇਰਾ ਸ਼ਿਮਲਾ ਦੀ ਠੰਡ ਨਾਲ ਬੁਰੀ ਤਰ੍ਹਾਂ ਸੁੰਗੜ ਗਿਆ। ਸ਼ਿਮਲਾ? ਸੱਚੀ? ਤੁਸੀਂ ਸੱਚ ਵਿੱਚ ਮੈਨੂੰ ਸ਼ਿਮਲਾ ਲੈ ਕੇ ਜਾਓਗੇ? ਕਿਤੇ ਮੈਂ ਸੁਪਨਾ ਤਾਂ ਨਹੀਂ ਵੇਖ ਰਹੀ? ਅੱਜ ਤੱਕ ਮੈਂ ਸ਼ਿਮਲਾ ਬਾਰੇ ਸਿਰਫ ਸੁਣਿਆ ਹੀ ਹੈ, ਦੇਖਿਆ ਕਦੇ ਵੀ ਨਹੀਂ। ਮੈਨੂੰ ਤਾਂ ਹਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਮੈਨੂੰ ਸ਼ਿਮਲਾ ਲੈ ਕੇ ਚੱਲੋਗੇ। ਕੋਮਲ ਚਹਿਕਣ ਲੱਗੀ ਸੀ। ਕੁਝ ਦੇਰ ਬਾਅਦ ਇਸੇ ਤਰ੍ਹਾਂ ਬੋਲਦੇ ਰਹਿਣ ਪਿੱਛੋਂ ਉਹ ਭਾਵ ਭਿੰਨੀ ਹੋ ਕੇ ਸ਼ਿਮਲਾ ਦੀਆਂ ਠੰਡੀਆਂ ਹਵਾਵਾਂ ਦੇ ਤਸੱਵਰ ਵਿੱਚ ਪਰਮਜੀਤ ਨਾਲ ਅਮਰਵੇਲ ਵਾਂਗੂ ਲਿਪਟ ਗਈ। ਪਰਮਜੀਤ ਦੇ ਮੂੰਹ ਤੋਂ ਉਹ ਸ਼ਿਓਰ ਪਹਿਲਾਂ ਹੀ ਨਿਕਲ ਚੁੱਕਿਆ ਸੀ। ਹੁਣ ਉਹ ਕੋਮਲ ਨੂੰ ਗਲਵੱਕੜੀ ਪਾ ਕੇ ਬਾਜ਼ੂਆਂ 'ਚ ਚੁੱਕ ਕੇ ਦੂਜੇ ਕਮਰੇ ਵਿੱਚ ਲੈ ਗਿਆ ਅਤੇ ਥੋੜ੍ਹੀ ਦੇਰ ਬਾਅਦ ਰੋਜ਼ਾਨਾ ਦੀ ਤਰ੍ਹਾਂ ਦੋਵਾਂ ਦੇ ਜਿਸਮ ਸ਼ਿਮਲਾ ਦੀਆਂ ਵਾਦੀਆਂ 'ਚੋਂ ਨਿਕਲ ਕੇ ਰਾਜਸਥਾਨ ਦੇ ਕਿਸੇ ਗਰਮ ਇਲਾਕੇ ਦੀ ਤਪਦੀ ਲੂ 'ਚ ਝੁਲਸਣ ਲੱਗੇ ਸਨ। ਪਰ ਹੁਣ ਉਹਨਾਂ ਨੂੰ ਇਸ ਸਭ ਦਾ ਕੁਝ ਪਛਤਾਵਾ ਨਹੀਂ ਹੁੰਦਾ ਸੀ। ਕੁਝ ਦੇਰ ਬਾਅਦ ਕੋਮਲ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਦੀ ਤਿਆਰੀ ਕਰਨ ਲੱਗੀ। ਇੱਕ ਅੱਧ ਮਿੰਟ ਬਾਅਦ ਹੀ ਪਰਮਜੀਤ ਵੀ ਉੱਠਿਆ ਅਤੇ ਰਸੋਈ ਵਿੱਚ ਜਾ ਕੇ ਕਹਿਣ ਲੱਗਾ, ਕੋਮਲ, ਅੱਜ ਖਾਣਾ ਬਣਾਉਣ ਨੂੰ ਰਹਿਣ ਦੇ, ਚੱਲ ਕਿਸੇ ਵਧੀਆ ਹੋਟਲ ਵਿੱਚ ਖਾ ਕੇ ਆਉਂਦੇ ਹਾਂ।
ਉੱਥੇ ਹੀ ਬਹਿ ਕੇ ਸ਼ਿਮਲਾ ਜਾਣ ਦਾ ਪ੍ਰੋਗਰਾਮ ਵੀ ਉਲੀਕਾਂਗੇ। ਐਸਾ ਹੈ ਤਾਂ ਇਹ ਲਓ। ਕਹਿੰਦਿਆਂ ਹੀ ਕੋਮਲ ਨੇ ਸਬਜ਼ੀ ਜਿਉਂ ਦੀ ਤਿਉਂ ਧਰ ਦਿੱਤੀ ਅਤੇ ਹੱਥ ਸਾਫ਼ ਕਰਦਿਆਂ ਰਸੋਈ ਤੋਂ ਬਾਹਰ ਨਿਕਲ ਆਈ। ਉਸ ਸਮੇਂ ਉਸਦੇ ਚਿਹਰੇ ਤੇ ਜਿਵੇਂ ਖੁਸ਼ੀ ਦਾ ਸਾਗਰ ਠਾਠਾਂ ਮਾਰ ਰਿਹਾ ਸੀ। ਕੱਪੜੇ ਬਦਲਣ ਵਕਤ ਕੋਮਲ ਦੇ ਮਨ ਵਿੱਚ ਰਹਿ ਕੇ ਇੱਕੋ ਹੀ ਗੱਲ ਆ ਰਹੀ ਸੀ ਕਿ ਕੀ ਇੱਕ ਆਦਮੀ ਵੱਲੋਂ ਇੱਕ ਔਰਤ ਨੂੰ ਇੰਨਾ ਸੁੱਖ ਵੀ ਪ੍ਰਦਾਨ ਕੀਤਾ ਜਾ ਸਕਦਾ ਹੈ। ਫਿਰ ਉਸਨੇ ਸੋਚਿਆ ਕਿ ਇਹ ਸ਼ਾਇਦ ਉਸਦੇ ਪਿਛਲੇ ਜਨਮਾਂ ਦੇ ਕੀਤੇ ਪੁੰਨ ਪ੍ਰਤਾਪ ਦਾ ਫਲ ਹੈ ਜੋ ਇਸ ਜਨਮ ਵਿੱਚ ਉਸ ਤੇ ਇਸ ਕਦਰ ਖੁਸ਼ੀਆਂ ਬਰਸ ਰਹੀਆਂ ਹਨ। ਅਗਲਾ ਅੰਕ। ਹੋਟਲ ਮੁਬਾਸਾ ਵਿੱਚ ਆਰਕੈਸਟਰਾ ਦੀਆਂ ਮੋਹਕ ਧੁਨਾਂ ਅਤੇ ਰੰਗ ਬਰੰਗੀਆਂ ਰੌਸ਼ਨੀਆਂ ਨੇ ਇੱਕ ਅਨੋਖਾ ਸਮਾਂ ਬੰਨ੍ਹ ਰੱਖਿਆ ਹੋਇਆ ਸੀ। ਟੇਬਲ ਨੰਬਰ 11 ਤੇ ਇੱਕ ਦੂਜੇ ਦਾ ਹੱਥ ਫੜੀ ਕੋਮਲ ਅਤੇ ਪਰਮਜੀਤ ਮੰਤਰ ਮੁਗਧ ਗਵਾਚੇ ਬੈਠੇ ਸਨ। ਪਾਣੀ ਦੇ ਗਲਾਸ ਰੱਖਣ ਤੋਂ ਬਾਅਦ ਵੇਟਰ ਖਾਣ ਦਾ ਆਰਡਰ ਲੈਣ ਆਇਆ ਤਾਂ ਪਰਮਜੀਤ ਨੇ ਕੋਮਲ ਨੂੰ ਪੁੱਛਿਆ, ਕੀ ਖਾਏਂਗੇ? ਜੋ ਤੁਸੀਂ ਖਾਓਗੇ ਉਹ ਮੇਰੇ ਲਈ ਅੰਮ੍ਰਿਤ ਹੋਏਗਾ। ਜੋ ਆਪਣੇ ਲਈ ਮੰਗਵਾ ਰਹੇ ਹੋ ਉਹ ਸਭ ਮੇਰੇ ਲਈ ਵੀ ਆਰਡਰ ਕਰ ਦਿਓ। ਕੋਮਲ ਨੇ ਬੇਹੱਦ ਨਾਟਕੀ ਅੰਦਾਜ਼ ਨਾਲ ਕਿਹਾ ਅਤੇ ਖੁਦ ਹੀ ਜ਼ੋਰ ਦੀ ਹੱਸ ਪਈ, ਇੱਕ ਖੁੱਲ੍ਹੀ ਆਜ਼ਾਦ ਹੱਸੀ। ਉਸਦੀ ਇਸ ਖਿੜਖਿੜਾਹਟ ਅਤੇ ਜ਼ੋਰਦਾਰ ਹੱਸੀ ਤੇ ਪਰਮਜੀਤ ਜਿਵੇਂ ਫਿਦਾ ਹੋ ਜਾਇਆ ਕਰਦਾ ਸੀ। ਤਮਾਮ ਵਾਤਾਵਰਨ ਉਸ ਲਈ ਮੰਨੋ ਰੰਗੀਨੀਆਂ ਨਾਲ ਭਰ ਜਾਇਆ ਕਰਦਾ ਸੀ। ਪਰਮਜੀਤ ਵੀ ਹੁਣ ਮੁਸਕਰਾਉਣ ਲੱਗਾ ਸੀ। ਆਪਣੀ ਇਸੇ ਮੁਸਕਰਾਹਟ ਦਰਮਿਆਨ ਉਸਨੇ ਟੇਬਲ ਤੇ ਮੈਨੂ ਚੁੱਕਿਆ ਅਤੇ ਕੁਝ ਇੱਕ ਸਬਜ਼ੀਆਂ ਦੇ ਨਾਂ ਚੱਬ ਕੇ ਆਖਣ ਲੱਗਾ। ਨਾਲ ਹੀ ਉਹ ਟੇਢੀਆਂ ਨਜ਼ਰਾਂ ਨਾਲ ਕੋਮਲ ਵੱਲ ਵੀ ਝਾਤ ਮਾਰ ਲੈਂਦਾ ਸੀ। ਉਹ ਮੇਰੇ ਪਿਓ ਜੀ, ਇਹਨਾਂ ਵੱਡੇ ਹੋਟਲਾਂ ਦੀਆਂ ਵੱਡੀਆਂ ਸਬਜ਼ੀਆਂ ਦੇ ਨਾਂ ਹੀ ਮੈਂ ਪਹਿਲੀ ਵਾਰ ਸੁਣ ਰਹੀ ਹਾਂ। ਮੈਂ ਤਾਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਜੋ ਚੰਗਾ ਲੱਗੇ ਮੰਗਵਾ ਲਓ, ਕੋਮਲ ਨੇ ਕਿਹਾ ਅਤੇ ਮੂੰਹ ਤੇ ਰੁਮਾਲ ਰੱਖ ਕੇ ਆਪਣੀ ਹੱਸੀ ਰੋਕਣ ਦੀ ਕੋਸ਼ਿਸ਼ ਕਰਨ ਲੱਗੀ। ਇਹਨਾਂ ਲੋਕਾਂ ਦੇ ਵਿਚਕਾਰ ਚੱਲਣ ਵਾਲੀ ਚੋਲ ਮੋਲ ਨੂੰ ਵੇਖ ਕੇ ਵੇਟਰ ਆਰਡਰ ਲੈਣ ਲਈ ਕਿਸੇ ਦੂਜੀ ਟੇਬਲ ਤੇ ਚਲਾ ਗਿਆ ਸੀ। ਕੁਝ ਹੀ ਦੇਰ ਬਾਅਦ ਵੇਟਰ ਦੁਬਾਰਾ ਇਸ ਟੇਬਲ ਤੇ ਆਇਆ ਤਾਂ ਪਰਮਜੀਤ ਨੇ ਖਾਣ ਦਾ ਆਰਡਰ ਦਿੰਦਿਆਂ ਦੱਸਿਆ, 1 ਸ਼ਾਹੀ ਕੋਫਤਾ, ਫੁੱਲ ਮਲਾਈ ਚੜਬੜਾ, 1 ਪਲੇਟ ਸਪੈਸ਼ਲ ਸ਼ਾਹੀ ਬਿਰਿਆਨੀ, 2 ਫਰੂਟ ਰਾਇਤਾ, ਫੁੱਲ ਪਲੇਟ ਗ੍ਰੀਨ ਸਲਾਦ, 2 ਕਟੇ ਨਿੰਬੂ ਅਤੇ 3 ਬਟਰ ਨਾਨ। ਜਲਦੀ ਕੋਈ ਨਹੀਂ, ਥੋੜਾ ਆਰਾਮ ਨਾਲ ਹੀ ਆਉਣਾ। ਪਰਮਜੀਤ ਆਰਡਰ ਦੇ ਰਿਹਾ ਸੀ ਤਾਂ ਕੋਮਲ ਨਿਹਾਲ ਹੋਈ ਜਾ ਰਹੀ ਸੀ। ਪਰਮਜੀਤ ਦਾ ਆਰਡਰ ਦੇਣ ਦਾ ਫਰਾਟੇਦਾਰ ਢੰਗ ਉਸਨੂੰ ਮੰਤਰ ਮੁਗਧ ਕਰ ਰਿਹਾ ਸੀ। ਉਹ ਉਸਨੂੰ ਟਕਟਕੀ ਲਾ ਕੇ ਦੇਖ ਰਹੀ ਸੀ। ਓਕੇ ਸਰ ਕਹਿਣ ਦੇ ਨਾਲ ਵੇਟਰ ਵੀ ਮੁਸਕਰਾਉਂਦਾ ਹੋਇਆ ਕਿਚਨ ਦੀ ਤਰਫ ਵੱਧ ਗਿਆ। ਕੁਝ ਹੀ ਮਿੰਟਾਂ ਬਾਅਦ ਇੱਕ ਹੋਰ ਵੇਟਰ ਉੱਥੇ ਆਇਆ। ਉਸਨੇ ਮੇਜ਼ ਤੋਂ ਪੁਰਾਣਾ ਟੇਬਲ ਕਲੌਥ ਹਟਾ ਕੇ ਉੱਥੇ ਇੱਕਦਮ ਨਵਾਂ ਚਮਚਮਾਉਂਦਾ ਟੇਬਲ ਕਲੌਥ ਵਿਛਾ ਦਿੱਤਾ। ਇਸ ਤੋਂ ਬਾਅਦ ਦੂਜਾ ਵੇਟਰ ਆਇਆ ਜੋ ਉਹਨਾਂ ਦੀਆਂ ਟੇਬਲ ਤੇ ਪਲੇਟਾਂ ਅਤੇ ਨੈਪਕਿਨ ਸਜਾ ਗਿਆ। ਨਾਲ ਹੀ ਟੇਬਲ ਦੇ ਵਿਚਕਾਰ ਤਾਜ਼ਾ ਫੁੱਲਾਂ ਦਾ ਇੱਕ ਗੁਲਦਸਤਾ ਵੀ ਰੱਖ ਦਿੱਤਾ ਗਿਆ ਸੀ, ਜਿਸ ਚੋਂ ਭਿੰਨੀ ਭਿੰਨੀ ਮਹਿਕ ਉੱਠ ਕੇ ਵਾਤਾਵਰਨ ਨੂੰ ਰੋਮਾਂਚਿਤ ਕਰੀ ਜਾ ਰਹੀ ਸੀ। ਸ਼ੁਰੂ ਵਿੱਚ ਜੋ ਪਾਣੀ ਦੇ ਗਲਾਸ ਰੱਖੇ ਗਏ ਸਨ ਉਹ ਉਹਨਾਂ ਦੇ ਖਾਲੀ ਕਰਦੇ ਹੀ ਚੁੱਕ ਲਏ ਗਏ ਸਨ। ਹੁਣ ਨਿਹਾਇਤ ਸ਼ਾਨਦਾਰ ਗਲਾਸ ਟੇਬਲ ਤੇ ਆ ਚੁੱਕੇ ਸਨ। ਇਹਨਾਂ ਅੰਦਰ ਭਰੇ ਪਾਣੀ ਚੋਂ ਵੀ ਹਲਕੀ ਜਿਹੀ ਸੁਗੰਧ ਉੱਠ ਰਹੀ ਸੀ। ਫਿਰ ਥੋੜ੍ਹੀ ਹੀ ਦੇਰ ਬਾਅਦ ਮੇਜ਼ ਲਜ਼ੀਜ਼ ਖਾਣ ਦੀਆਂ ਸ਼ਾਨਦਾਰ ਮਹਿੰਗੀਆਂ ਪਲੇਟਾਂ ਨਾਲ ਭਰ ਗਿਆ। ਕੋਮਲ ਅਤੇ ਪਰਮਜੀਤ ਇੱਕ ਵਿਚਿੱਤਰ ਜਿਹੇ ਅਨੁਭਵ ਤਹਿਤ ਖਾਣਾ ਖਾਣ ਲੱਗੇ। ਸੁਣੋ, ਅਸੀਂ ਸ਼ਿਮਲਾ ਕਿੰਨੇ ਦਿਨ ਰੁਕਾਂਗੇ? ਕੋਮਲ ਨੇ ਨਾਨ ਦਾ ਨਿਵਾਲਾ ਚਬਾਉਂਦਿਆਂ ਪੁੱਛਿਆ। ਘੱਟੋ ਘੱਟ 8 ਦਿਨ ਦਾ। 8 ਦਿਨ ਤਾਂ ਰਹਿਣਾ ਹੀ ਚਾਹੀਦਾ ਹੈ। ਬਾਕੀ ਜੇ ਤੂੰ ਆਖੇਂਗੀ ਤਾਂ ਮਹੀਨਾ ਕੁ ਵੀ ਰਹਿ ਸਕਦੇ ਹਾਂ, ਪਰਮਜੀਤ ਨੇ ਉਸਦੀ ਪਲੇਟ ਵਿੱਚ ਸ਼ਾਹੀ ਕੋਫਤਾ ਪਾਉਂਦਿਆਂ ਕਿਹਾ। ਨਹੀਂ, ਮਹੀਨਾ ਭਰ ਰਹਿਣ ਦੀ ਕੀ ਲੋੜ ਹੈ। ਅਤੇ ਹਾਂ, ਤੁਹਾਨੂੰ ਦਫ਼ਤਰ ਤੋਂ ਛੁੱਟੀ ਤਾਂ ਮਿਲ ਜਾਏਗੀ ਨਾ? ਪੈਸਾ ਵੀ ਕਾਫੀ ਖਰਚ ਹੋਏਗਾ, ਕੋਮਲ ਨੇ ਥੋੜਾ ਫਿਕਰ ਨਾਲ ਆਖਿਆ। ਇਹਨਾਂ ਸਾਰੀਆਂ ਗੱਲਾਂ ਦੀ ਚਿੰਤਾ ਤੂੰ ਨਾ ਕਰ। ਦਫ਼ਤਰ ਵਾਲਿਆਂ ਦੀ ਐਸੀ ਕੀ ਤੈਸੀ ਜੋ ਮੈਨੂੰ ਛੁੱਟੀ ਨਾ ਦੇਣ। ਰਹੀ ਗੱਲ ਪੈਸਿਆਂ ਦੀ, ਉਸਦਾ ਇੰਤਜ਼ਾਮ ਵੀ ਮੈਂ ਤਕਰੀਬਨ ਕਰ ਚੁੱਕਿਆ ਹਾਂ। ਪੈਸਿਆਂ ਦਾ ਬੰਦੋਬਸਤ ਕਰ ਚੁੱਕੇ ਹੋ? ਕਿਵੇਂ, ਕਿੱਥੋਂ? ਆਫਿਸ ਵਿੱਚ ਜਮ੍ਹਾਂ ਮੇਰੇ ਜਨਰਲ ਪ੍ਰੋਵੀਡੈਂਟ ਫੰਡ ਦੇ ਪੈਸਿਆਂ ਚੋਂ ਮੈਂ 25,000 ਰੁਪਏ ਲਈ ਐਡਵਾਂਸ ਅਪਲਾਈ ਕਰ ਦਿੱਤਾ ਹੈ। ਉਮੀਦ ਹੈ ਕਿ 2-4 ਰੋਜ਼ ਵਿੱਚ ਪੈਸਾ ਮਿਲ ਜਾਏਗਾ।
1 ਹਫ਼ਤੇ ਦੀ ਛੁੱਟੀ ਲਈ ਮੈਂ ਕੱਲ੍ਹ ਹੀ ਅਰਜ਼ੀ ਦੇ ਦੇਵਾਂਗਾ। ਖਾਣਾ ਸਮਾਪਤ ਹੋ ਚੁੱਕਾ ਸੀ। ਖਾਲੀ ਪਲੇਟਾਂ ਉੱਠ ਚੁੱਕੀਆਂ ਸਨ। ਹੁਣ ਟੇਬਲ 'ਤੇ ਇੱਕ ਚਮਕਦੀ ਸਾਫ਼ ਸੁਥਰੀ ਸਫੇਦ ਰੰਗ ਦੀ ਪਲੇਟ ਪਈ ਸੀ। ਇਸ ਪਲੇਟ ਵਿੱਚ ਸੌਂਫ ਰੱਖੀ ਸੀ, ਮਿਸ਼ਰੀ ਪਈ ਸੀ ਅਤੇ ਇਸ ਦੇ ਨਾਲ ਹੀ ਧਰਿਆ ਸੀ ਚੰਗੀ ਖਾਸੀ ਕੀਮਤ ਦਾ ਬਿੱਲ, ਜੋ ਕੋਮਲ ਨੂੰ ਨਿਰੰਤਰ ਹੈਰਾਨ ਕਰੀ ਜਾ ਰਿਹਾ ਸੀ। ਪਰਮਜੀਤ ਨੇ ਆਪਣੀ ਪਤਲੂਨ ਦੀ ਪਾਕਟ 'ਚੋਂ ਪਰਸ ਕੱਢਿਆ। ਪਰਸ ਵਿੱਚੋਂ ਕਈ ਨੋਟ ਕੱਢ ਕੇ ਪਲੇਟ 'ਚ ਰੱਖੇ। ਫਿਰ ਬਕਾਇਆ ਪੈਸਿਆਂ ਦੀ ਪਰਵਾਹ ਕੀਤੇ ਬਗੈਰ ਕੋਮਲ ਦਾ ਕੋਮਲ, ਨਾਜ਼ੁਕ, ਗਦਰੀਲਾ ਹੱਥ ਆਪਣੇ ਹੱਥਾਂ 'ਚ ਜਕੜੇ ਉਹ ਹੋਟਲ ਤੋਂ ਬਾਹਰ ਆ ਗਿਆ। ਬੇਹੱਦ ਖੁਸ਼ ਸੀ ਕੋਮਲ ਉਸ ਵਕਤ। ਉਹਨਾਂ ਦਾ ਘਰ ਉੱਥੋਂ 2 ਕਿਲੋਮੀਟਰ ਦੀ ਵਿੱਥ 'ਤੇ ਸੀ। ਬਾਹਾਂ 'ਚ ਬਾਹਾਂ ਪਾਏ, ਹੱਸਦੇ ਖੇਡਦੇ, ਗੱਲਾਂ ਕਰਦੇ ਹੋਏ ਪੈਦਲ ਚਲਦਿਆਂ ਇਹ ਪੈਂਡਾ ਕਦੋਂ ਤੈਅ ਹੋ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ। ਅਗਲਾ ਅੰਕ। ਡਾਕਟਰ ਸਾਹਿਬ, ਸਾਡੀ ਕੁੜੀ ਨੂੰ ਇੱਥੇ ਆਏ ਅੱਜ ਪੂਰਾ 1 ਸਪਤਾਹ ਹੋ ਗਿਆ ਹੈ। ਹਜੇ ਤੱਕ ਕੁਝ ਪਤਾ ਹੀ ਨਹੀਂ ਚੱਲ ਰਿਹਾ ਕਿ ਆਖਰ ਗੱਲ ਕੀ ਹੈ। ਰਾਗਨੀ ਦੇ ਪਿਤਾ ਹਸਪਤਾਲ ਦੇ ਹਰੇਕ ਡਾਕਟਰ ਨਾਲ, ਹਰ ਨਰਸ ਤੋਂ ਬੌਖਲਾਏ ਹੋਏ ਇੱਕੋ ਇੱਕ ਸਵਾਲ ਵਾਰ-ਵਾਰ ਪੁੱਛੀ ਜਾ ਰਹੇ ਸਨ। ਚਿਹਰੇ 'ਤੇ ਉਹਨਾਂ ਦੇ ਚਿੰਤਾ ਦੀਆਂ ਲਕੀਰਾਂ ਸਨ। ਮਾਂ ਵੀ ਬੁਰੀ ਤਰ੍ਹਾਂ ਘਬਰਾਈ ਹੋਈ ਸੀ। ਵਿਚਾਰੀ ਨਾ ਤਾਂ ਚੰਗੀ ਤਰ੍ਹਾਂ ਸੌਂ ਪਾਉਂਦੀ ਸੀ। ਇਕੱਲੀ ਬੇਸਹਾਰਾ ਔਰਤ ਨਾ ਹੀ ਇੰਨਾ ਢੇਰ ਸਾਰਾ ਕੰਮ ਪੂਰੀ ਤਰ੍ਹਾਂ ਸੰਭਾਲ ਸਕਦੀ ਸੀ। ਉਹ ਕੋਮਲ ਨੂੰ ਇੱਥੇ ਸੱਦਣ ਦੀ ਗੱਲ ਕਰਦੀ ਤਾਂ ਰਾਗਨੀ ਉਸ ਨੂੰ ਰੋਕ ਦਿੰਦੀ ਅਤੇ ਜ਼ੋਰ ਪਾ ਕੇ ਇਹੋ ਗੱਲ ਸਮਝਾਉਂਦੀ ਕਿ ਪਰਮਜੀਤ ਦੇ ਪੇਪਰ ਸਿਰ 'ਤੇ ਹਨ। ਐਸੇ ਵਕਤ ਵਿੱਚ ਕੋਮਲ ਨੂੰ ਉੱਥੇ ਰਹਿਣਾ ਬਹੁਤ ਜ਼ਰੂਰੀ ਸੀ। ਇੱਧਰ ਤਾਂ ਜਿਵੇਂ ਤਿਵੇਂ ਕੰਮ ਚੱਲ ਹੀ ਰਿਹਾ ਸੀ। ਠੀਕ ਹੈ, ਭਗਵਾਨ ਕੋਈ ਸੁੱਖ ਦੀ ਘੜੀ, ਖੁਸ਼ੀ ਦਾ ਕੋਈ ਸੰਦੇਸ਼ ਇਸ ਘਰ ਵਿੱਚ ਲਿਆਵੇ ਤਾਂ ਪਰਮਜੀਤ ਅਤੇ ਕੋਮਲ ਨੂੰ ਤਾਰ ਭੇਜ ਕੇ ਸੱਦ ਲਵਾਂਗੇ। ਰਾਗਨੀ ਦੀਆਂ ਗੱਲਾਂ ਨਾਲ ਸਹਿਮਤ ਹੁੰਦੇ ਹੋਏ ਆਖਰ ਮਾਂ ਵੀ ਉਸਦੀ ਹਾਂ ਵਿੱਚ ਹਾਂ ਮਿਲਾਉਣ ਲੱਗੀ ਸੀ। ਅਗਲਾ ਅੰਕ। ਜ਼ਰਾ ਸੁਣੋ, ਕੀ ਤੁਸੀਂ ਰਾਗਨੀ ਦੇ ਪਿਤਾ ਹੋ? ਇੱਕ ਡਾਕਟਰ ਨੇ ਰਾਗਨੀ ਦੇ ਪਿਤਾ ਨਜ਼ਦੀਕ ਆ ਕੇ ਪੁੱਛਿਆ। ਜੀ, ਕੀ ਗੱਲ ਹੈ? ਰਾਗਨੀ ਠੀਕ ਤਾਂ ਹੈ ਨਾ? ਪਿਤਾ ਦੀ ਆਵਾਜ਼ ਵਿੱਚ ਚਿੰਤਾ ਸਾਫ਼ ਝਲਕ ਰਹੀ ਸੀ। ਘਬਰਾਉਣ ਦੀ ਕੋਈ ਗੱਲ ਨਹੀਂ ਅੰਕਲ, ਤੁਹਾਡੀ ਧੀ ਬਿਲਕੁਲ ਠੀਕ ਠਾਕ ਹੈ। ਮੈਂ ਤਾਂ ਤੁਹਾਨੂੰ ਇਹ ਇਤਲਾਹ ਕਰਨ ਆਇਆ ਹਾਂ ਕਿ ਰਾਗਨੀ ਦੇ ਬੱਚਾ ਆਪਰੇਸ਼ਨ ਰਾਹੀਂ ਹੋਵੇਗਾ। ਉਂਝ ਫਿਕਰ ਵਾਲੀ ਕੋਈ ਵੀ ਗੱਲ ਨਹੀਂ ਹੈ। ਪਰ ਆਪਰੇਸ਼ਨ? ਦੇਖੋ ਜੀ, ਮੈਂ ਤੁਹਾਨੂੰ ਆਖਿਆ ਸੀ ਨਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ। ਅੱਜ ਦੇ ਜ਼ਮਾਨੇ ਵਿੱਚ ਆਪਰੇਸ਼ਨ ਦੁਆਰਾ ਬੱਚਾ ਹੋਣਾ ਕੋਈ ਗੰਭੀਰ ਗੱਲ ਨਹੀਂ ਹੈ। ਠੀਕ ਹੈ, ਆਪਰੇਸ਼ਨ ਹੀ। ਤੁਸੀਂ ਬਿਲਕੁਲ ਫਿਕਰ ਨਾ ਕਰੋ। ਅਤੇ ਹਾਂ, ਰਾਗਨੀ ਦੇ ਪਤੀ ਇੱਥੇ ਇਸ ਵਕਤ ਹਨ? ਨਹੀਂ, ਪਰ ਕਿਸ ਲਈ? ਵੇਖੋ, ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਡਰਨ ਦੀ ਕੋਈ ਗੱਲ ਨਹੀਂ। ਇਹ ਤਾਂ ਕੇਵਲ ਇੱਕ ਫਾਰਮੈਲਿਟੀ ਹੈ। ਐਸਾ ਹੈ ਨਾ ਕਿ ਡਾਕਟਰ ਤਾਂ ਆਪਰੇਸ਼ਨ ਕਰਦੇ ਸਮੇਂ ਮਰੀਜ਼ ਦੀ ਜਿੰਦ ਜਾਨ ਲਈ ਆਪਣਾ ਪੂਰਾ ਵਾਹ ਲਾ ਦਿੰਦਾ ਹੈ, ਪਰ ਫਿਰ ਵੀ ਰੱਬ ਨਾ ਕਰੇ। ਦੇਖੋ, ਇਹ ਸਭ ਤਾਂ ਪਰਮਾਤਮਾ ਦੇ ਹੱਥ 'ਚ ਹੀ ਹੁੰਦਾ ਹੈ। ਇਸ ਦੁਨੀਆ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਸਦੀ ਮਰਜ਼ੀ ਨਾਲ ਹੀ ਹੁੰਦਾ ਹੈ। ਹਾਂ ਜੀ ਡਾਕਟਰ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ, ਰਾਗਨੀ ਦੇ ਪਿਤਾ ਨੇ ਕਿਹਾ। ਪਰ ਡਾਕਟਰ ਉਹਨਾਂ ਦੀਆਂ ਗੱਲਾਂ ਅਣਸੁਣੀਆਂ ਕਰਕੇ ਆਪਣੀ ਧੁਨ 'ਚ ਹੀ ਕਹਿੰਦਾ ਰਿਹਾ। ਉਹ ਕਦੇ ਅਜਿਹਾ ਹੁੰਦਾ ਹੈ ਕਿ ਡਾਕਟਰ ਦੇ ਲੱਖ ਯਤਨ ਕਰਨ 'ਤੇ ਵੀ, ਲੱਖ ਸਾਵਧਾਨੀਆਂ ਵਰਤਣ 'ਤੇ ਵੀ ਮਰੀਜ਼ ਦੀ ਜਾਨ ਨੂੰ ਖਤਰਾ ਪੈ ਜਾਂਦਾ ਹੈ। ਨਹੀਂ ਡਾਕਟਰ ਸਾਹਿਬ, ਐਸਾ ਨਾ ਆਖੋ। ਅੰਕਲ ਜੀ, ਤੁਸੀਂ ਬਿਨਾਂ ਵਜ੍ਹਾ ਪਰੇਸ਼ਾਨ ਹੋ ਰਹੇ ਹੋ, ਇਸ ਲਈ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਐਵੇਂ ਕੋਈ ਆਪਰੇਸ਼ਨ ਵਾਲਾ ਹਰ ਮਰੀਜ਼ ਮਰ ਹੀ ਨਹੀਂ ਜਾਇਆ ਕਰਦਾ। ਪਰ ਇਹ ਵੀ ਇੱਕ ਤਰ੍ਹਾਂ ਦੀ ਫਾਰਮੈਲਿਟੀ ਹੀ ਹੁੰਦੀ ਹੈ ਕਿ ਆਪਰੇਸ਼ਨ ਤੋਂ ਪਹਿਲਾਂ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਲਿਖਤ ਵਿੱਚ ਦੇਣਾ ਪੈਂਦਾ ਹੈ ਕਿ ਮਰੀਜ਼ ਦੀ ਮੌਤ ਦਾ ਜ਼ਿੰਮਾ ਡਾਕਟਰ 'ਤੇ ਨਹੀਂ ਹੋਵੇਗਾ। ਉਹ ਨੌਜਵਾਨ ਸ਼ਾਇਦ ਨਵਾਂ ਡਾਕਟਰ ਬਣਿਆ ਸੀ ਜਾਂ ਫਿਰ ਰਾਗਨੀ ਦੇ ਮਾਤਾ-ਪਿਤਾ ਦੀ ਹਾਲਤ ਦੇਖ ਕੇ ਅਤੇ ਉਹਨਾਂ ਦੀ ਘਬਰਾਹਟ ਦਾ ਅੰਦਾਜ਼ਾ ਲਗਾਉਂਦਿਆਂ ਹੀ ਉਸਨੇ ਇਸ ਫਾਰਮੈਲਿਟੀ ਨੂੰ ਦੱਸਣ ਲਈ ਇੱਕ ਆਪਰੇਸ਼ਨ ਦੀ ਤਰ੍ਹਾਂ ਹੀ ਪੂਰੀ ਕੋਸ਼ਿਸ਼ ਲਗਾ ਦਿੱਤੀ ਸੀ। ਸਿਸਟਰ, ਡਾਕਟਰ ਨੇ ਹੁਣ ਹੋਰ ਕੁਝ ਕਹਿਣ ਦੀ ਬਜਾਏ ਨਰਸ ਨੂੰ ਆਵਾਜ਼ ਦਿੱਤੀ। ਯੈਸ ਡਾਕਟਰ, ਕਹਿਣ ਦੇ ਨਾਲ ਹੀ ਨਰਸ ਡਾਕਟਰ ਕੋਲ ਚਲੀ ਆਈ। ਕੰਸੈਂਟ ਫਾਰਮ 'ਤੇ ਰਾਗਨੀ ਦੇ ਪਿਤਾ ਦੇ ਦਸਤਖਤ ਕਰਵਾ ਲਓ, ਡਾਕਟਰ ਨੇ ਸਿੱਧਿਆਂ ਹੀ ਆਖਿਆ। ਨਰਸ ਫਾਰਮ ਲੈਣ ਚਲੀ ਗਈ ਤਾਂ ਡਾਕਟਰ ਵੀ ਰਾਗਨੀ ਦੇ ਮਾਪਿਆਂ ਨੂੰ ਹੌਸਲਾ ਦਿੰਦਿਆਂ ਅਗਾਂਹ ਵਧ ਗਿਆ।
ਕਿਉਂ ਨਾ ਅਸੀਂ ਤਾਰ ਦੇ ਕੇ ਪਰਮਜੀਤ ਅਤੇ ਕੋਮਲ ਨੂੰ ਇੱਥੇ ਸੱਦ ਲਈਏ, ਕਿਤੇ ਰਾਗਨੀ ਤੇ ਕੋਈ ਸਮੱਸਿਆ ਆ ਗਈ। ਰਾਗਨੀ ਦੇ ਪਿਤਾ ਨੇ ਕੰਬਦਿਆਂ ਹੋਇਆਂ ਆਪਣੀ ਪਤਨੀ ਨੂੰ ਪੁੱਛਿਆ। ਨਹੀਂ ਨਹੀਂ, ਸਾਡੀ ਰਾਗਨੀ ਨੂੰ ਕੁਝ ਨਹੀਂ ਹੋਵੇਗਾ। ਤੁਸੀਂ ਐਸਾ ਕਿਉਂ ਸੋਚਦੇ ਹੋ? ਭਗਵਾਨ ਜਿਵੇਂ ਸਾਰਿਆਂ ਨਾਲ ਹੈ ਉਂਝ ਹੀ ਸਾਡੇ ਨਾਲ ਵੀ ਹੈ। ਬਾਕੀ ਪਰਮਜੀਤ ਨੂੰ ਤਾਰ ਦੇ ਕੇ ਖੁਸ਼ਖਬਰੀ ਮਿਲਣ ਤੋਂ ਬਾਅਦ ਹੀ ਸੱਦਾਂਗੇ। ਡਾਕਟਰ ਦੇ ਕਾਗਜ਼ਾਂ ਤੇ ਤੁਸੀਂ ਖੁਦ ਹੀ ਸਾਈਨ ਕਰ ਦਿਓ। ਕੋਈ ਗਲਤ ਧਾਰਨਾ ਮਨ ਵਿੱਚ ਨਾ ਲਿਆ ਕੇ ਚੰਗਾ ਚੰਗਾ ਸੋਚੋ। ਤਦੇ ਨਰਸ ਆ ਗਈ। ਕੌਂਸੈਂਟ ਦੇ ਕਾਗਜ਼ ਉਸਨੇ ਅਗਾਂਹ ਵਧਾ ਦਿੱਤੇ। ਪਿਤਾ ਜੀ ਨੇ ਕੰਬਦਿਆਂ ਹੱਥਾਂ ਨਾਲ ਉਸ 'ਤੇ ਦਸਤਖਤ ਕਰ ਦਿੱਤੇ। ਅਗਲਾ ਅੰਕ। ਡਾਕਟਰ ਸਾਹਿਬ, ਰਾਗਨੀ ਦੀ ਤਬੀਅਤ ਹੁਣ ਕਿਵੇਂ ਹੈ? ਉਸਦਾ ਆਪਰੇਸ਼ਨ ਤਾਂ ਠੀਕ ਹੋ ਗਿਆ ਨਾ? ਲੜਕਾ ਹੋਇਆ ਹੈ ਜਾਂ ਕੁੜੀ? ਰਾਤ ਦੇ ਸਮੇਂ ਰਾਗਨੀ ਦੇ ਪਿਤਾ ਹਰ ਆਉਣ ਜਾਣ ਵਾਲੇ ਡਾਕਟਰ ਨਾਲ ਪਹਿਲਾਂ ਦੀ ਤਰ੍ਹਾਂ ਹੀ ਇਹੋ ਸਵਾਲ ਦਾਗੇ ਜਾ ਰਹੇ ਸਨ। ਕਿਸੇ ਵੱਲੋਂ ਵੀ ਤਸੱਲੀ ਬਖਸ਼ ਜਵਾਬ ਨਾ ਮਿਲਣ ਨਾਲ ਉਹਨਾਂ ਦੀ ਪਰੇਸ਼ਾਨੀ ਵੀ ਵੱਧਦੀ ਜਾ ਰਹੀ ਸੀ। ਆਖਿਰ ਇੱਕ ਡਾਕਟਰ ਨੇ ਉਹਨਾਂ ਦੇ ਹਾਲਾਤ ਨੂੰ ਭਾਂਪਦਿਆਂ ਉਹਨਾਂ ਨੂੰ ਆਸਵੰਦ ਕਰਦਿਆਂ ਦੱਸਿਆ, ਰਾਗਨੀ ਓਟੀ 'ਚ ਹੈ। ਉਸਦਾ ਆਪਰੇਸ਼ਨ ਚੱਲ ਰਿਹਾ ਹੈ। ਹਜੇ ਕੁਝ ਦੇਰ 'ਚ ਸਭ ਕੁਝ ਪਤਾ ਲੱਗ ਜਾਏਗਾ। ਤੁਸੀਂ ਇਸ ਤਰ੍ਹਾਂ ਘਬਰਾਓ ਨਾ। ਡਾਕਟਰ ਦੇ ਇਸ ਜਵਾਬ ਨਾਲ ਉਹਨਾਂ ਨੂੰ ਕੁਝ ਹੌਸਲਾ ਮਿਲਿਆ। ਉਹ ਜਾ ਕੇ ਉਸ ਬੈਂਚ 'ਤੇ ਬਹਿ ਗਏ ਜਿੱਥੇ ਉਹਨਾਂ ਦੀ ਪਤਨੀ ਬੈਠੀ ਸੀ। ਧੀ ਦੀ ਸਲਾਮਤੀ ਲਈ ਦੋਵੇਂ ਅੱਖਾਂ ਬੰਦ ਕਰਕੇ ਰੱਬ ਨੂੰ ਧਿਆਉਣ ਲੱਗੇ। ਆਖਿਰਕਾਰ ਰਾਗਨੀ ਦੇ ਸਾਹਸ, ਡਾਕਟਰਾਂ ਦੀ ਕਾਬਲੀਅਤ ਅਤੇ ਮਾਪਿਆਂ ਦੀਆਂ ਦੁਆਵਾਂ ਨਾਲ ਅਤੇ ਈਸ਼ਵਰ ਦੀ ਕਿਰਪਾ ਸਦਕਾ ਆਪਰੇਸ਼ਨ ਸਫਲ ਹੋ ਗਿਆ। ਰਾਗਨੀ ਨੇ ਇੱਕ ਚੰਨ ਜਿਹੇ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦੀ ਨੱਕ, ਅੱਖਾਂ ਤੇ ਉਸਦਾ ਮੱਥਾ ਹੂਬਹੂ ਪਰਮਜੀਤ ਦੇ ਸਨ। ਰਾਗਨੀ ਇੱਕ ਪਾਸੇ ਤਾਂ ਆਪਣੇ ਨੰਨੇ ਮੁੰਨੇ ਸਾਹਿਬ ਨੂੰ ਦੇਖ ਕੇ ਖੁਸ਼ੀ ਨਾਲ ਝੂਮੀ ਜਾ ਰਹੀ ਸੀ ਅਤੇ ਦੂਜੇ ਪਾਸੇ ਉਸਦਾ ਢਿੱਡ ਤੀਕਰ ਵੱਢਣ ਨਾਲ ਉਸਨੂੰ ਨਾ ਸਹਾਰਨ ਯੋਗ ਦਰਦ ਦਾ ਅਹਿਸਾਸ ਹੋ ਰਿਹਾ ਸੀ ਜੋ ਉਸ ਲਈ ਬਰਦਾਸ਼ਤ ਤੋਂ ਬਾਹਰ ਸੀ। ਅਤੇ ਹੁਣ ਉਸਦਾ ਮਨ ਹੋ ਰਿਹਾ ਸੀ ਕਿ ਉਸਦਾ ਪਰਮਜੀਤ ਬਿਨਾਂ ਇੱਕ ਪਲ ਦੀ ਦੇਰ ਕੀਤਿਆਂ ਉਸ ਕੋਲ ਆ ਜਾਵੇ। ਪਰਮਾਤਮਾ ਉਸਨੂੰ ਕੁਝ ਪਲਾਂ ਲਈ ਅਜਿਹੇ ਖੰਭਾਂ ਨਾਲ ਨਿਵਾਜ਼ ਦੇਵੇ ਜਿਨ੍ਹਾਂ ਦੇ ਸਹਾਰੇ ਉੱਡ ਕੇ ਪਰਮਜੀਤ ਉਸ ਕੋਲ ਤੁਰੰਤ ਹੀ ਪਹੁੰਚ ਜਾਵੇ। ਬੱਚਾ ਜੰਮਣ ਤੋਂ ਕੋਈ 1 ਘੰਟੇ ਬਾਅਦ ਹੀ ਪਿਤਾ ਜੀ ਪਰਮਜੀਤ ਨੂੰ ਇਸ ਖੁਸ਼ਖਬਰੀ ਬਾਰੇ ਟੈਲੀਗ੍ਰਾਮ ਕਰ ਆਏ। ਰਾਗਨੀ ਦੇ ਨਾਲ ਹੀ ਉਹਨਾਂ ਨੂੰ ਵੀ ਪਰਮਜੀਤ ਅਤੇ ਕੋਮਲ ਦੇ ਆਉਣ ਦਾ ਬੇਕਰਾਰੀ ਨਾਲ ਇੰਤਜ਼ਾਰ ਸੀ। ਇਹ ਖਬਰ ਜਦੋਂ ਉਹਨਾਂ ਲੋਕਾਂ ਦੇ ਮੁਹੱਲੇ ਵਿੱਚ ਪਹੁੰਚੀ ਸੀ ਤਾਂ ਉਹਨਾਂ ਦੀਆਂ ਕਈ ਗੁਆਂਢਣਾਂ ਅੱਧੀ ਰਾਤ ਨੂੰ ਹੀ ਵਧਾਈਆਂ ਦੇਣ ਹਸਪਤਾਲ ਆ ਗਈਆਂ ਸਨ। ਉਹ ਸਾਰੀਆਂ ਰਾਗਨੀ ਨੂੰ ਬਹੁਤ ਕਿਸਮਤ ਵਾਲੀਆਂ ਦੱਸ ਰਹੀਆਂ ਸਨ। ਉਹਨਾਂ ਦਾ ਕਹਿਣਾ ਸੀ ਕਿ ਵੇਖੋ ਰਾਗਨੀ ਕਿੰਨੀ ਨਸੀਬਾਂ ਵਾਲੀ ਸੀ ਕਿ ਉਸਨੂੰ ਇੱਕ ਪਾਸੇ ਇੰਨਾ ਸਮਾਰਟ, ਇੰਨਾ ਸਿੰਸੀਅਰ, ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ ਤਾਂ ਹੁਣ ਅੱਗੇ ਐਸਾ ਚੰਨ ਵਰਗਾ ਮੁੰਡਾ ਵੀ ਮਿਲ ਗਿਆ। ਸਾਰਿਆਂ ਦਾ ਇਹੋ ਕਹਿਣਾ ਸੀ ਕਿ ਇਹਨਾਂ ਦੇ ਘਰ ਵਿੱਚ ਤਾਂ ਇਹ ਦੂਜਾ ਪਰਮਜੀਤ ਆ ਗਿਆ। ਰਾਗਨੀ ਦੇ ਮੇਜਰ ਆਪਰੇਸ਼ਨ ਦੁਆਰਾ ਬੱਚਾ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਉਸਦਾ ਬੱਚਾ ਬਹੁਤ ਹੀ ਸਿਹਤਮੰਦ ਸੀ, ਪੂਰੇ 12 ਪੌਂਡ ਦਾ ਸੀ। ਇੰਨੇ ਸਵਸਥ ਬੱਚੇ ਕਾਰਨ ਰਾਗਨੀ ਨੂੰ ਬੇਸ਼ੱਕ ਇੰਨੀ ਤਕਲੀਫ ਚੁੱਕਣੀ ਪਈ ਸੀ, ਪਰ ਜਵਾਕ ਪੈਦਾ ਹੁੰਦੇ ਹੀ ਬੱਚਾ ਇਸ ਕਦਰ ਖੂਬਸੂਰਤ ਵੀ ਹੋ ਸਕਦਾ ਹੈ, ਇਹ ਵੇਖ ਕੇ ਸਾਰਿਆਂ ਨੂੰ ਬਹੁਤ ਹੈਰਾਨੀ ਹੋ ਰਹੀ ਸੀ। ਬੱਚਾ ਰਾਤ ਦੇ ਅੰਦਾਜ਼ਨ 11 ਵਜੇ ਜੰਮਿਆ ਸੀ ਅਤੇ ਪਿਤਾ ਅੱਧੀ ਰਾਤ ਵਿੱਚ ਠੀਕ 12 ਵਜੇ ਡਾਕਘਰ ਜਾ ਕੇ ਪਰਮਜੀਤ ਨੂੰ ਇਸ ਅਸੀਮ ਖੁਸ਼ੀ ਬਾਰੇ ਤਾਰ ਦੇ ਕੇ ਆਏ ਸਨ। 12 ਵਜੇ ਤਾਰ ਦਿੱਤੀ ਗਈ ਸੀ। ਇਸ ਦਾ ਮਤਲਬ ਹੋਇਆ ਕਿ ਸਵੇਰੇ 6 ਵਜੇ ਤੱਕ ਤਾਰ ਪਰਮਜੀਤ ਨੂੰ ਜ਼ਰੂਰ ਮਿਲ ਜਾਏਗੀ। ਇਸ ਤਰ੍ਹਾਂ ਆਪਣੇ ਘਰ ਮੁੰਡਾ ਹੋਣ ਦੀ ਸੂਚਨਾ ਜਾਣ ਕੇ ਉਹ ਖੁਸ਼ੀ ਨਾਲ ਇਸ ਤਰ੍ਹਾਂ ਝੂਮਣ ਲੱਗੇਗਾ ਕਿ ਉਹ ਕੋਮਲ ਨੂੰ ਨਾਲ ਲੈ ਕੇ ਸਵੇਰੇ 7 ਵਜੇ ਦੀ ਬੱਸ ਰਾਹੀਂ ਉੱਥੋਂ ਚਾਲੇ ਪਾ ਦੇਵੇਗਾ ਤੇ ਠੀਕ 10 ਵਜੇ ਤੱਕ ਇੱਥੇ ਪਹੁੰਚ ਜਾਏਗਾ। ਅਤੇ ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਸੀ। ਜਦੋਂ ਪਰਮਜੀਤ ਨੂੰ ਮਾਲੂਮ ਹੋਵੇਗਾ ਕਿ ਉਹ ਪਿਓ ਬਣ ਗਿਆ ਹੈ, ਉਸਦੇ ਘਰ ਵਿੱਚ ਉਸਦਾ ਇੰਜੀਨੀਅਰ ਆ ਗਿਆ ਹੈ, ਤਾਂ ਉਹ 7 ਕੀ 6:30 ਵਜੇ ਵਾਲੀ ਬੱਸ ਰਾਹੀਂ ਹੀ ਭੱਜ ਜਾਵੇਗਾ। ਰਾਗਨੀ ਲਗਾਤਾਰ ਇਹੋ ਸੋਚਦੇ ਹੋਏ ਹਮੇਸ਼ਾ ਦੀ ਤਰ੍ਹਾਂ ਆਪਣੇ ਦਿਲੋਂ ਦਿਮਾਗ ਵਿੱਚ ਪਰਮਜੀਤ ਦੇ ਕਾਲਪਨਿਕ ਪ੍ਰੋਗਰਾਮ ਨੂੰ ਉਲੀਕਣ ਲੱਗੀ ਹੋਈ ਸੀ। ਅਜਿਹਾ ਕਰਨ ਨਾਲ ਉਸਨੂੰ ਆਪਣੇ ਅੰਦਰ ਇੱਕ ਅਨੂਠੀ ਪ੍ਰਸੰਨਤਾ ਦੇ ਉਭਰਨ ਦਾ ਅਹਿਸਾਸ ਹੋਇਆ ਕਰਦਾ ਸੀ। ਅਗਲਾ ਅੰਕ। ਰਾਤ ਕਾਫੀ ਹੋ ਚੁੱਕੀ ਸੀ। ਪਰਮਜੀਤ ਹਜੇ ਤੱਕ ਘਰ ਨਹੀਂ ਪਰਤਿਆ ਸੀ। ਕੋਮਲ ਬੇਸਬਰੀ ਨਾਲ ਉਸਦਾ ਇੰਤਜ਼ਾਰ ਕਰ ਰਹੀ ਸੀ ਤਾਂ ਉਸਨੂੰ ਘਬਰਾਹਟ ਵੀ ਹੋ ਰਹੀ ਸੀ। ਰਸੋਈ ਵਿੱਚ ਪਿਆ ਖਾਣਾ ਇੱਕਦਮ ਠੰਡਾ ਹੋ ਗਿਆ ਸੀ। ਇਸ ਤੋਂ ਪਹਿਲਾਂ ਤਾਂ ਪਰਮਜੀਤ ਇੰਨਾ ਲੇਟ ਕਦੇ ਨਹੀਂ ਹੋਇਆ ਸੀ।
ਅੱਜ ਅਜਿਹੀ ਕੀ ਗੱਲ ਹੋ ਗਈ ਸੀ? ਸੋਚ ਕੇ ਕੋਮਲ ਬੁਰੀ ਤਰ੍ਹਾਂ ਪਰੇਸ਼ਾਨ ਹੋਈ ਜਾ ਰਹੀ ਸੀ। ਅੱਧੀ ਰਾਤ ਨੂੰ ਪਰਮਜੀਤ ਆਖਿਰਕਾਰ ਘਰ ਆ ਪਹੁੰਚਿਆ। ਆਉਂਦਿਆਂ ਹੀ ਕੋਮਲ ਨੂੰ ਕਹਿਣ ਲੱਗਾ, ਲੈ ਯਾਰ ਕੋਮਲ, ਅੱਜ ਤਾਂ ਦੋਵੇਂ ਕੰਮ ਇਕੱਠਿਆਂ ਹੋ ਗਏ। ਤੁਹਾਨੂੰ ਤੁਹਾਡੇ ਕੰਮਾਂ ਦੀ ਪਈ ਹੈ, ਇੱਧਰ ਮੈਂ ਤੁਹਾਡੀ ਫਿਕਰ ਵਿੱਚ ਮਰੀ ਜਾ ਰਹੀ ਹਾਂ। ਕਿੱਥੇ ਰਹਿ ਗਏ ਸੀ? ਕੋਮਲ ਨੇ ਆਖਿਆ ਤਾਂ ਉਸਦਾ ਚਿਹਰਾ ਜਿਵੇਂ ਗੁੱਸੇ ਨਾਲ ਤਮਤਮਾ ਰਿਹਾ ਸੀ। ਸੌਰੀ ਬੇਬੀ, ਪਰ ਜਦੋਂ ਤੂੰ ਮੇਰੀ ਗੱਲ ਸੁਣੇਗੀ ਤਾਂ ਖੁਸ਼ੀ ਨਾਲ ਝੂਮ ਉੱਠੇਗੀ। ਹਾਂ ਦੱਸੋ, ਕਿਹੜੀ ਖੁਸ਼ੀ ਦੀ ਗੱਲ ਹੈ? ਮੈਂ ਦੱਸਿਆ ਨਾ ਕਿ ਅੱਜ ਦੋਵੇਂ ਕੰਮ ਨਾਲੋਂ ਨਾਲ ਹੋ ਗਏ। ਪ੍ਰੋਵੀਡੈਂਟ ਫੰਡ ਦਾ ਪੈਸਾ ਵੀ ਮਿਲ ਗਿਆ ਤੇ 1 ਹਫ਼ਤੇ ਦੀ ਛੁੱਟੀ ਵੀ ਮਨਜ਼ੂਰ ਹੋ ਗਈ। ਹਾਂ, ਇਹ ਤਾਂ ਬਹੁਤ ਹੀ ਖੁਸ਼ੀ ਵਾਲੀ ਖਬਰ ਹੈ, ਪਰ ਇੰਨੀ ਦੇਰ ਕਿੱਥੇ ਲੱਗ ਗਈ ਇਹ ਨਹੀਂ ਦੱਸਿਆ। ਉਹੀ ਤਾਂ ਦੱਸ ਰਿਹਾ ਹਾਂ, ਛੁੱਟੀ ਮਨਜ਼ੂਰ ਕਰਨ ਦੇ ਨਾਲ ਦਫ਼ਤਰ ਵਿੱਚ ਬੌਸ ਦੇ ਘਰ ਜਾਣ ਤੋਂ ਪਹਿਲਾਂ ਸਾਰਾ ਪੈਂਡਿੰਗ ਕੰਮ ਖਤਮ ਕਰਨ ਦਾ ਵੀ ਆਰਡਰ ਕਰ ਦਿੱਤਾ ਸੀ। ਖੁਦ ਵੀ ਬੈਠਾ ਰਿਹਾ ਤੇ ਮੈਨੂੰ ਵੀ ਘੇਰੀ ਰੱਖਿਆ। ਅੱਛਾ, ਇਹ ਵਜ੍ਹਾ? ਹਾਂ, ਇਹੋ ਕਾਰਨ ਸੀ ਕਿ ਘਰ ਆਉਣ ਵਿੱਚ ਇੰਨੀ ਦੇਰ ਹੋ ਗਈ, ਪਰ ਅੱਗੇ 1 ਹਫ਼ਤੇ ਲਈ ਪੂਰੀ ਤਰ੍ਹਾਂ ਫ੍ਰੀ। ਨੋ ਟੈਨਸ਼ਨ, ਇੰਜੋਇਮੈਂਟ ਐਂਡ ਓਨਲੀ ਇੰਜੋਇਮੈਂਟ। ਸ਼ਿਮਲਾ ਜਾ ਕੇ ਛੁੱਟੀ ਵਧਵਾਉਣ ਲਈ ਆਖੇਂਗੀ ਤਾਂ ਵਧਵਾਈ ਵੀ ਜਾ ਸਕੇਗੀ। ਇਹ ਤਾਂ ਵਾਕਿਆ ਹੀ ਕਮਾਲ ਹੋ ਗਿਆ। ਇਸ ਦਾ ਮਤਲਬ ਅਸੀਂ ਕੱਲ੍ਹ ਸ਼ਿਮਲਾ ਚੱਲਾਂਗੇ। ਕੋਮਲ ਦੀ ਘਬਰਾਹਟ ਅਤੇ ਉਸਦਾ ਗੁੱਸਾ ਅੱਗੇ ਖੁਸ਼ੀ ਵਿੱਚ ਤਬਦੀਲ ਹੋ ਗਏ ਅਤੇ ਉਹ ਚਹਿਕਣ ਲੱਗੀ ਸੀ। ਜੀ ਹਾਂ ਮੇਰੀ ਸਰਕਾਰ, ਕੱਲ੍ਹ ਸਵੇਰੇ 6 ਵਜੇ ਦੀ ਬੱਸ ਤੋਂ ਅਸੀਂ ਸ਼ਿਮਲਾ ਚੱਲਾਂਗੇ। ਕਹਿੰਦਿਆਂ ਹੋਇਆਂ ਪਰਮਜੀਤ ਨੇ ਉਸਦੇ ਮੂੰਹ ਨੂੰ ਚੁੰਮ ਲਿਆ। ਇਸ ਤੋਂ ਬਾਅਦ ਰਾਤ ਭਰ ਸ਼ਿਮਲਾ ਦੀਆਂ ਗੱਲਾਂ ਹੁੰਦੀਆਂ ਰਹੀਆਂ। ਸ਼ਿਮਲਾ ਜਾਣ ਦੀ ਤਮਾਮ ਤਿਆਰੀ ਵੀ ਪੂਰੀ ਸ਼ਿੱਦਤ ਨਾਲ ਹੁੰਦੀ ਰਹੀ। ਬੜੀ ਮੁਸ਼ਕਲ ਨਾਲ ਕੁਝ ਘੰਟਿਆਂ ਦੀ ਨੀਂਦ ਲੈ ਕੇ ਤੜਕਸਾਰ ਹੀ ਉਹ ਲੋਕ ਜਾਗ ਬੈਠੇ। ਕੋਮਲ, ਛੇਤੀ ਕਰ, 5 ਵੱਜ ਚੁੱਕੇ ਹਨ। ਹਾਲੇ ਤੈਨੂੰ ਨਾਸ਼ਤਾ ਵੀ ਤਿਆਰ ਕਰਨਾ ਹੈ। ਪਰਮਜੀਤ ਨੇ ਕੁਝ ਜ਼ਰੂਰੀ ਸਮਾਨ ਅਟੈਚੀ ਵਿੱਚ ਰੱਖਦਿਆਂ ਆਖਿਆ। ਨਾਸ਼ਤਾ ਤਾਂ 10 ਮਿੰਟ 'ਚ ਤਿਆਰ ਹੋ ਜਾਏਗਾ ਜੀਜੂ ਜੀ, ਬਸ ਤੁਸੀਂ ਚੁੱਪਚਾਪ ਸਮਾਨ ਪੈਕ ਕਰਦੇ ਰਹੋ। ਕੋਮਲ ਨੇ ਬਾਥਰੂਮ ਵੱਲ ਵਧਦੇ ਹੋਏ ਕਿਹਾ। ਥਰਮਸ ਲੈ ਚੱਲੀਏ ਜਾਂ ਰਹਿਣ ਦਈਏ? ਪਰਮਜੀਤ ਨੇ ਪੁੱਛਿਆ। ਰਹਿਣ ਕਿਉਂ ਦਈਏ? ਥਰਮਸ ਲੈ ਜਾਣਾ ਤਾਂ ਬਹੁਤ ਜ਼ਰੂਰੀ ਹੈ ਜਨਾਬ। ਇਸ ਨੂੰ ਅਟੈਚੀ 'ਚ ਨਾ ਪਾਇਓ, ਬੈਗ 'ਚ ਹੀ ਰੱਖ ਲਵਾਂਗੇ। ਠੀਕ 5:30 ਵਜੇ ਤੱਕ ਪਰਮਜੀਤ ਅਤੇ ਕੋਮਲ ਪੂਰੇ ਸਮਾਨ ਨਾਲ ਤਿਆਰ ਹੋ ਗਏ ਸਨ। ਮੈਂ ਰਿਕਸ਼ਾ ਲੈ ਕੇ ਆਉਂਦਾ ਹਾਂ। ਕਹਿੰਦਿਆਂ ਪਰਮਜੀਤ ਬਹੁਤ ਛੇਤੀ ਨਾਲ ਬਾਹਰ ਨਿਕਲ ਗਿਆ। ਕੋਮਲ ਵੀ ਕੁਝ ਕਹਿਣ ਲਈ ਉਸਦੇ ਪਿੱਛੇ ਘਰ ਤੋਂ ਬਾਹਰ ਨਿਕਲੀ। ਉਦੋਂ ਤੱਕ ਪਰਮਜੀਤ ਕਾਫੀ ਦੂਰ ਜਾ ਚੁੱਕਿਆ ਸੀ। ਉਹ ਉੱਥੇ ਹੀ ਖੜੀ ਹੋ ਕੇ ਉਸਦਾ ਇੰਤਜ਼ਾਰ ਕਰਨ ਲੱਗੀ। ਤਦੇ ਉਸਦੇ ਕੰਨਾਂ 'ਚ ਅਣਜਾਣੀ ਜਿਹੀ ਆਵਾਜ਼ ਪਈ, ਵੇਖੋ ਤਾਂ ਜ਼ਰਾ ਮੇਮ ਸਾਹਿਬ ਦੇ ਨਖਰੇ। ਕੋਮਲ ਨੇ ਮੁੜ ਕੇ ਖੱਬੇ ਪਾਸੇ ਵੇਖਿਆ ਤਾਂ ਗੁਆਂਢ ਦੀਆਂ ਕੁਝ ਔਰਤਾਂ ਸਰਕਾਰੀ ਨਲਕੇ ਤੋਂ ਪਾਣੀ ਭਰ ਰਹੀਆਂ ਸਨ, ਨਾਲੋਂ ਨਾਲ ਗੱਲਾਂ ਵੀ ਕਰ ਰਹੀਆਂ ਸਨ। ਅਚਾਨਕ ਹੀ ਕੋਮਲ ਨੂੰ ਬਹੁਤ ਸਾਰੀਆਂ ਆਵਾਜ਼ਾਂ ਨੇ ਘੇਰ ਲਿਆ। ਖਸਮ ਵਾਲੀ, ਖਸਮ ਦੇ ਬਿਨਾਂ ਟੇਸੂਏ ਵਹਾ ਰਹੀ ਹੋਏਗੀ ਅਤੇ ਬਿਨਾਂ ਖਸਮ ਵਾਲੀ ਖਸਮਾਂ ਨਾਲ ਗੁਲਸ਼ਲਰੇ ਉਡਾ ਰਹੀ ਹੈ। ਇੱਕ ਆਵਾਜ਼ ਉੱਭਰੀ। ਤਦੇ ਦੂਜੀ ਆਵਾਜ਼ ਗੂੰਜੀ, ਅਰੇ ਵਾਹ ਰੇ ਦੁਨੀਆ, ਡਾਕਾ ਪਾਇਆ ਵੀ ਤਾਂ ਭੈਣ ਦੇ ਸੁਹਾਗ ਤੇ ਹੀ। ਇਸੇ ਤਰ੍ਹਾਂ ਦੇ ਹੋਰ ਵੀ ਕਈ ਜੁਮਲੇ ਉੱਥੋਂ ਦੇ ਵਾਤਾਵਰਨ ਨੂੰ ਨਾ ਸਹਿਣਯੋਗ ਬਣਾਉਂਦੇ ਰਹੇ। ਕੋਮਲ ਨੇ ਮਹਿਸੂਸ ਕੀਤਾ ਕਿ ਉਹ ਜੇਕਰ 1 ਮਿੰਟ ਵੀ ਉੱਥੇ ਠਹਿਰ ਕੇ ਆਪਣੇ ਕੰਨਾਂ ਵਿੱਚ ਇਹਨਾਂ ਤਰ੍ਹਾਂ ਦੀਆਂ ਗੱਲਾਂ ਪਵਾਉਂਦੀ ਰਹੀ, ਉਹ ਤਾਂ ਪਾਗਲ ਹੋ ਜਾਏਗੀ। ਉਹ ਤੁਰੰਤ ਹੀ ਆਪਣੇ ਕੰਨਾਂ ਤੇ ਹੱਥ ਧਰਦੀ ਹੋਈ ਅੰਦਰ ਵੜ ਗਈ। ਤਦੇ ਪਰਮਜੀਤ ਅੰਦਰ ਆ ਕੇ ਬੋਲਿਆ, ਰਿਕਸ਼ਾ ਆ ਗਿਆ ਹੈ, ਛੇਤੀ ਕਰੋ। ਕੋਮਲ ਦਾ ਇੱਕ ਵਾਰ ਤਾਂ ਮਨ ਹੋਇਆ ਕਿ ਉਹ ਗੁਆਂਢੀਆਂ ਦਰਮਿਆਨ ਹੋਣ ਵਾਲੀ ਗੱਲਬਾਤ ਨਾਲ ਉਸਨੂੰ ਸਾਵਧਾਨ ਕਰ ਦੇਵੇ, ਪਰ ਪਤਾ ਨਹੀਂ ਕੀ ਸੋਚ ਕੇ ਉਹ ਚੁੱਪ ਰਹੀ। ਰਿਕਸ਼ੇ ਵਾਲਾ ਵੀ ਪਰਮਜੀਤ ਦੇ ਨਾਲ ਅੰਦਰ ਆ ਗਿਆ ਸੀ। ਦੋਵੇਂ ਤੇਜ਼ੀ ਨਾਲ ਸਮਾਨ ਚੁੱਕ ਕੇ ਰਿਕਸ਼ੇ ਤੇ ਰੱਖਣ ਲੱਗੇ। ਸਾਰਾ ਸਮਾਨ ਰੱਖ ਦਿੱਤਾ ਗਿਆ ਤਾਂ ਪਰਮਜੀਤ ਨੇ ਬਾਹਰ ਨਿਕਲ ਕੇ ਘਰ ਨੂੰ ਜਿੰਦਰਾ ਲਗਾਇਆ ਅਤੇ ਚਾਬੀ ਜੇਬ 'ਚ ਸੁੱਟਦਾ ਹੋਇਆ ਜਾ ਕੇ ਰਿਕਸ਼ੇ ਤੇ ਬੈਠ ਗਿਆ। ਕੋਮਲ ਵੀ ਉਸਦੀ ਬਗਲ 'ਚ ਬੈਠ ਗਈ ਸੀ। ਰਿਕਸ਼ਾ ਚੱਲਿਆ ਤਾਂ ਪਰਮਜੀਤ ਅਤੇ ਕੋਮਲ ਨੇ ਆਪਣੇ ਪਿੱਛੇ ਹੱਸੀ ਦਾ ਫੁਹਾਰਾ ਛੁੱਟਦਿਆਂ ਸੁਣਿਆ, ਪਰ ਦੋਵਾਂ ਨੇ ਕਿਸੇ ਨੇ ਵੀ ਪਿਛਾਂਹ ਮੁੜ ਕੇ ਨਹੀਂ ਦੇਖਿਆ। ਗਲੀ ਦੇ ਅੰਤਮ ਪਾਸੇ ਪਹੁੰਚ ਕੇ ਰਿਕਸ਼ਾ ਖੱਬੇ ਪਾਸੇ ਵੱਲ ਮੁੜ ਗਿਆ।